आज हम मौजूद हैं पिंडी औलख के अंदर उर्फ गिदरावाली। ਇਹ ਜਿਹੜੇ ਸਾਡੇ ਕੈਂਡੀਡੇਟ ਨੇ ਅਸੀਂ ਆਨੇ ਆ ਕੋਈ ਦੁਆ ਕਰਦੇ ਆ ਵੀ ਟੈਕ ਨਾਲ ਬੰਦੇ ਮਰਦੇ ਨੇ ਕਿਤੇ ਸਾਡੇ ਪਿੰਡ ਇਹਨਾਂ ਦਾ ਮਰੇ ਤੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕਿਵੇਂ ਖਲਣਾ। अगर रास्ता होता ले जाते तो शायद हमारा भाई जिंदा बच जाता। ਵੇਖ ਲਓ ਹਾਂ ਕਾਰ ਖਲੋਤੀ ਸਾਡੇ ਮਹਿਮਾਨ ਆਏ ਨੇ ਇੱਥੇ ਕਾਰ ਖਲਾਰ ਕੇ ਪਿੰਡ ਟੁਰਦੇ ਗਏ ਕੋਈ ਸਾਡੀ ਇੱਜ਼ਤ ਹੈ। यारां भाई वाले ट्रैक्टर मगर पा के असीं खिच्चने जिद्दू कि असीं यारां भाई नूं पिंड लैके आने उन्नी देर नूं साडा मरीज जिहड़ा ने टप गया हुंदा। बल सानूं रिश्ता ही कोई नहीं देंदा भी इस पिंड नूं राह ही कोई नहीं रिश्ता कित्थे देईए। ਜਰਨਲ ਸੀ ਮੱਦੋ ਵਾਲਾ ਅੱਲਾ ਦੀ ਜ਼ਿੰਦਗੀ ਦੇ ਉਹ ਸਾਡੀ ਬੱਤੀ ਲਾ ਗਿਆ ਸੀ ਤੇ ਸਾਨੂੰ ਆਂਦੇ ਹੁੰਦੇ ਹਨ ਵੀ ਉੱਤੋਂ ਹੀ ਢਾਡੇ ਪਏ ਜੀ। ਜਦੋਂ ਮੇਰੀ ਵਾਲਦਾ ਬਿਮਾਰ ਸੀ ਮੈਂ ਕਸਮ ਨਾਲ ਕਹਿ ਰਿਹਾ ਕੋਈ ਵੀਡੀਓ ਅੱਗੇ ਨਹੀਂ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਿਮਾਰ ਦੀ ਵਜ੍ਹਾ ਨਾਲ ਹਾਲਾਤ ਵਿੱਚ 3 ਦਿਨ ਮੈਂ ਉਹਨਾਂ ਨੂੰ ਹਸਪਤਾਲ ਡਾਕਟਰ ਦੇ ਪਾਸ ਨਹੀਂ ਲੈ ਕੇ ਜਾ ਸਕਿਆ ਸਿਰਫ ਇਸ ਰਸਤੇ ਦੀ ਵਜ੍ਹਾ ਤੋਂ। ਵੋਟ ਲੈ ਜਾਂਦੇ ਨੇ ਬਾਅਦ ਚ ਆਣ ਕੇ ਇੱਥੇ ਕੋਈ ਬੰਦਾ ਇਹ ਨਹੀਂ ਆਂਦਾ ਕਿ ਤੁਹਾਡਾ ਕੀ ਹਾਲਾਤ ਨੇ ਕੀ ਨਹੀਂ। ਨਾ ਕੋਈ ਸੁਥਰਾ ਪੰਜਾਬ ਆ ਰਿਹਾ ਇੱਥੇ, ਨਾ ਕੋਈ ਰਸਤਾ ਬਣਾ ਰਿਹਾ, ਨਾ ਕੋਈ ਨਾਲੀ ਬਣਾ ਰਿਹਾ। 40 ਤੋਂ 50 ਹਜ਼ਾਰ ਰੁਪਈਆ ਲਾ ਕੇ ਮੈਂ ਆਪਣੇ ਘਰ ਦੀ ਨਾਲੀ ਆਪ ਬਣਾਈ। ਸ਼ੇਰ ਦਾ ਜਿਉਂ ਤੁੰਬ ਫੜਿਆ ਹਾਂ ਜਿਉਂ ਫੜਿਆ ਉਹਨਾਂ ਆਖਿਆ ਤੁਹਾਡੀ ਤੁਹਾਨੂੰ ਡੋਬ ਕੇ ਹੀ ਮਾਰਾਂਗੇ। ਸੁਥਰੇ ਪੰਜਾਬ ਦਾ ਹਾਂ ਨਾਂ ਹੀ ਸੁਣਿਆ ਤੇ ਸੁਥਰਾ ਪੰਜਾਬ ਦਾ ਪ੍ਰੋਗਰਾਮ ਚੱਲਿਆ ਤੇ ਬਾਕੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੈ, ਨਾ ਸਾਡੇ ਕੋਲ ਆਉਂਦਾ ਹੀ ਹੈ ਤੇ ਨਾ ਉਹਨੂੰ ਕਰਦਾ ਹੀ ਹੈ। ਬਲਾਲ ਅਕਬਰ ਸਾਡਾ MP ਸਾਹਿਬ ਨੇ, ਹੁਣ ਉਹ ਮਾਸ਼ਾਅੱਲਾ ਵਜ਼ੀਰ ਸਾਹਿਬ ਵੀ ਨੇ ਤੇ ਇਹ ਵੀ ਉਹਨਾਂ ਦੱਸਿਆ ਸਾਨੂੰ ਕਿ ਮੇਰੇ ਕੋਲ 25 ਲੱਖ ਰੁਪਈਆ ਤੁਹਾਡੇ ਪਿੰਡ ਦਾ ਤੇ ਲਾਂਦੇ ਉਹ ਨਹੀਂ ਪਤਾ ਨਹੀਂ ਖਾ ਛੜਿਆ ਨਹੀਂ। ਬਾਬਾ ਜੀ ਤੁਹਾਡੇ ਬੱਚੇ ਬੱਚੀਆਂ ਕਾਲਜ ਕਿੰਜ ਨਾਰੋਵਾਲ ਜਾਂਦੀਆਂ ਨੇ? ਉਹ ਹਟ ਜਾਂਦੀਆਂ ਨੇ, ਹਟਾ ਲਈਆਂ ਨੇ। ਅੱਗੇ ਹੈ ਕੋਈ ਨਹੀਂ, ਰਸਤਾ ਹੀ ਹੈ ਨਹੀਂ ਤੇ ਕਿੱਥੋਂ ਦੀ ਜਾਣ। ਪੜ੍ਹਾਈ ਖਤਮ ਹੋ ਗਈ। ਮਰੀਜ਼ ਸਾਡਾ ਇੱਥੇ ਹੋ ਜੇ ਤੇ ਅਸੀਂ ਫੋਨ ਕਰੀਏ ਤੇ ਪੰਪ ਤੇ ਐਂਬੂਲੈਂਸ ਆ ਜਾਂਦੀ ਹੈ ਤੇ ਉੱਥੋਂ ਤਾਂ ਨਹੀਂ ਜਾਂਦਿਆਂ ਨੂੰ ਮਰੀਜ਼ ਦਾ ਇਲਾਜ ਤੰਦਰੁਸਤ ਹੋ ਜਾਂਦਾ। ਦੂਸਰੀਆਂ ਪਾਰਟੀਆਂ ਉਹ ਸਾਨੂੰ ਮਾਹੌਲ ਇਹਨਾਂ ਦੇ ਨਾਂ ਦੇ ਕਰਦੇ ਨੇ, ਹੁਜਤਾਂ ਕਰਦੇ ਨੇ ਵੀ ਕਿੱਥੇ ਆ ਤੁਹਾਡੀ ਪਾਰਟੀ। ਜਦੋਂ ਦੇ ਜੰਮੇ ਉਦੋਂ ਦੇ ਵੋਟ ਇਹਨਾਂ ਨੂੰ ਦਿੰਦੇ ਉਹਦੇ ਤੁਹਾਡਾ ਤੇ ਇੱਕ ਇਹਨਾਂ ਰਾਹ ਨਹੀਂ ਬਲਕਿ ਇੱਕ ਸਕੂਲ ਨਹੀਂ ਇਹ ਤੁਹਾਡੇ ਲਈ ਬਣਾ ਸਕੇ। 50,000 ਰੁਪਈਆ ਦਿਹਾੜੀ 'ਚ ਪਰਸੋਂ ਲਾਇਆ ਇੱਥੇ, ਅੱਗੇ ਵੀ 6 ਮਹੀਨੇ ਇਹੋ ਹੀ ਕੰਮ ਹੈ ਤੇ ਕੋਈ ਸਾਨੂੰ ਸਾਡੇ ਪਿੰਡ ਆਉਣਾ ਪਸੰਦ ਨਹੀਂ ਲੋਕ ਕਰਦੇ। मैं नारवल पढ़न ਲਈ ਜਾਂਦਾ ਹੁੰਦਾ ਸੀ, ਠੀਕ ਹੈ ਜੀ। ਰਸਤੇ ਦੇ ਨਾ ਹੋਣ ਕਰਕੇ ਰਸਤਾ ਖਰਾਬ ਹੋ ਜਾਣਾ, ਆਏ ਦਿਨ ਬਾਰਿਸ਼ ਪੈਣੀ ਰਸਤਾ ਖਰਾਬ ਹੋਣਾ, ਜਿਹਦੇ ਵਿੱਚ ਲੰਘਣ ਦੇ ਨਾ ਕਰਕੇ ਮੈਂ ਸਕੂਲ ਛੱਡ ਦਿੱਤਾ, ਕਾਲਜ ਛੱਡ ਦਿੱਤਾ, ਠੀਕ ਹੈ। ਕਾਲਜ ਛੱਡ ਕੇ ਹੁਣ ਮਿਹਨਤ ਮਜ਼ਦੂਰੀ ਕਰਨੀ। ਸਾਡੇ ਪਿੰਡ ਨੂੰ ਰਸਤਾ ਹੁੰਦਾ ਮੈਂ ਵੀ ਕਿਤੇ ਪੜ੍ਹਿਆ ਹੁੰਦਾ, ਪੜ੍ਹ ਕੇ ਕਿਤੇ ਨੌਕਰੀ ਕਰਦਾ ਹੁੰਦਾ। आज हम मौजूद हैं पिंडी औलख में उर्फ गिदरावाली और ये है गिदरावाली। ये गांव दमतल के करीब ज़िला नारोवाल में वाक़या है। बज़ाहिर ये एक आम सा देहात लगता है, लेकिन यहाँ रहने वाले लोगों की रोज़मर्रा ज़िंदगी ऐसे मसाइल में घिरी हुई है जिन्हें नज़रअंदाज करना आसान नहीं। हम आज यहाँ किसी के ख़िलाफ़ मुहिम चलाने नहीं आए, बल्कि उन लोगों की आवाज़ आप तक पहुँचाने आए हैं जिनकी उम्मीदें आज भी मुंतखब नुमाइंदों से वाबस्ता हैं। हमने गाँव के मुख्तलिफ लोगों से बात की। ਮੇਰੀ ਵਾਲਦਾ ਬਿਮਾਰ ਸੀ, ਮੈਂ ਕਸਮ ਨਾਲ ਕਹਿ ਰਿਹਾ ਕੋਈ ਵੀਡੀਓ ਅੱਗੇ ਨਹੀਂ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਿਮਾਰ ਦੀ ਵਜ੍ਹਾ ਨਾਲ ਹਾਲਾਤ ਵਿੱਚ 3 ਦਿਨ ਮੈਂ ਉਹਨਾਂ ਨੂੰ ਹਸਪਤਾਲ ਡਾਕਟਰ ਦੇ ਪਾਸ ਨਹੀਂ ਲੈ ਕੇ ਜਾ ਸਕਿਆ। ਡਾਕਟਰ ਨੂੰ ਜਾ ਕੇ ਮੋਟਰਸਾਈਕਲ ਤੇ ਇੱਥੇ ਆਪਣੇ ਘਰ ਲਿਆਂਦਾ। ਕਸਮ ਨਾਲੇ ਮੈਂ ਗੱਲ ਕਹਿ ਰਿਹਾ, ਮੈਂ ਕੋਈ ਵੀਡੀਓ ਬਣਾਉਣ ਮਾਰਿਆ नहीं, सिर्फ इस रास्ते की वजह से। हमारा भाई बीमार हो गया था तो उसे ना हमने रेस्क्यू करना था नारवल DHQ में। तो हमें ना एम्बुलेंस को फ़ोन किया तो उन्होंने कहा कि हम आपके पास आ जाते हैं थोड़ी देर में। तो वो जब आने लगे तो उन्होंने हमें कॉल की कि यार आपको ना आपके जो है ना रास्ता जो है ख़राब है। तो रास्ते की वजह से भाई को जो है ना रेस्क्यू नहीं किया गया, ठीक है। तो उनकी जो डेथ हो गई। अगर वो तकरीबन हर शख्स की शिकायत एक जैसी थी। सबसे बड़ा मसला सड़कों का है। तकरीबन देहात को मिलाने वाले 3 रास्ते इस कदर टूट फूट का शिकार हैं कि आम गाड़ी का गुजरना भी मुश्किल हो जाता है।
लोगों का ये कहना था कि अगर खुदा न खास्ता किसी की तबीयत अचानक ख़राब हो जाए तो एम्बुलेंस बराह रास्त गाँव तक पहुँचना मुश्किल है। पहले मरीज़ को ट्रैक्टर या किसी दूसरे ज़रिए से मरकज़ी सड़क तक लाया जाता है, फिर एम्बुलेंस तक रसाई मुमकिन होती है। ਸਾਡੇ ਪਿੰਡ ਬਿਮਾਰ ਹੋਈਏ ਅਸੀਂ ਉਹਨੂੰ ਨਾਰਵਲ ਨਹੀਂ ਖੜ ਸਕਦੇ ਹੈ, ਰੈਸਕਿਊ ਨਹੀਂ ਕਰ ਸਕਦੇ। 11 ਬਾਈ ਵਾਲੇ ਟਰੈਕਟਰਾਂ ਮਗਰ ਪਾ ਕੇ ਅਸੀਂ ਖਿੱਚਨੇ, ਜਿੱਦੂ ਕਿ ਅਸੀਂ 11 ਬਾਈ ਨੂੰ ਪਿੰਡ ਲੈ ਕੇ ਆਨੇ ਉਨੀ ਦੇਰ ਨੂੰ ਸਾਡਾ ਮਰੀਜ਼ ਜਿਹੜਾ ਨਹੀਂ ਟੱਪ ਗਿਆ ਹੁੰਦਾ। दही इलाकों में ऐसी तखीर किसी भी मरीज़ के लिए ख़तरनाक साबित हो सकती है। सिर्फ सड़कें ही मसला नहीं, जहाँ नज़र दुराएं वहाँ निकासी आब का निज़ाम नाकाफ़ी दिखाई देता है। जगह जगह पानी जमा है, छप्पड़ बड़े हुए हैं और बारिश के बाद सूरत हाल मज़ीद ख़राब हो जाती है। मकामी लोगों का कहना है कि जब तक पानी की निकासी और छप्पड़ों की मुस्तकिल सफाई का मौसर निज़ाम नहीं बनाया जाएगा, मसाइल बार बार जन्म लेते रहेंगे। ਛੱਪੜ ਦੀ ਜਗ੍ਹਾ ਜਨਾਬ ਸਾਡੇ ਕੋਲ ਪਹਿਲਾਂ ਤੇ ਨਹੀਂ, ਤੇ ਸਾਡਾ ਇੱਕ ਬਜ਼ੁਰਗ ਸੀ, ਉਹਨੇ ਸਾਨੂੰ 3 ਕਨਾਲਾਂ ਜਗ੍ਹਾ ਲੈ ਕੇ ਛੱਪੜ ਵਾਸਤੇ ਦਿੱਤੀ ਹੈ। ਤੇ ਛੱਪੜ ਪਿੰਡੋਂ ਤਕਰੀਬਨ ਕੋਈ 3 ਕਿੱਲੇ 4 ਹੱਟਮਾ ਉਹ ਜਗ੍ਹਾ, ਪਰ ਸਾਡਾ ਉੱਥੋਂ ਸਿੱਧਾ ਪਾਣੀ ਨਹੀਂ ਪਹੁੰਚਦਾ। ਨਾਲਾ ਹੀ ਕੋਈ ਨਹੀਂ ਹੈ, ਬਣੀ ਕੋਈ नहीं, नाली कोई नहीं, जगह कोई नहीं, किस रस्ते पानी उत्थों नहीं जाए। ये सिर्फ पिंडी औलख गिदरावाली की कहानी नहीं, बल्कि नारोवाल के कई दहाई इलाकों के लोग भी इस तरह के मसाइल का सामना कर रहे हैं। हम मौतबाना गुजारिश करते हैं MPA बिलाल अकबर साहब, MNA अनवारुल हक साहब इस इलाके का दौरा करें, आवाम से बराह रास्त मुलाकात करें और उन बुनियादी मसाइल के हल के लिए अमली इक़्तिदाम करें, क्योंकि तरक्की सिर्फ बड़े मंसूबों का नाम नहीं बल्कि वो एहसास भी है। ਮੈਂ ਨਾਰਵਲ ਪਰਨ ਲਈ ਜਾਂਦਾ ਹੁੰਦਾ ਸੀ, ਠੀਕ ਹੈ ਜੀ। ਰਸਤੇ ਦੇ ਨਾ ਹੋਣ ਕਰਕੇ ਰਸਤਾ ਖਰਾਬ ਹੋ ਜਾਣਾ, ਆਏ ਦਿਨ ਬਾਰਿਸ਼ ਪੈਣੀ, ਰਸਤਾ ਖਰਾਬ ਹੋਣਾ, ਜਿਹਦੇ ਵਿੱਚ ਲੰਘਣ ਦੇ ਨਾ ਕਰਕੇ ਮੈਂ ਸਕੂਲ ਛੱਡ ਦਿੱਤਾ, ਕਾਲਜ ਛੱਡ ਦਿੱਤਾ, ਠੀਕ ਹੈ। ਕਾਲਜ ਛੱਡ ਕੇ ਹੁਣ ਮਿਹਨਤ ਮਜ਼ਦੂਰੀ ਕਰਨੀ। ਸਾਡੇ ਪਿੰਡ ਨੂੰ ਰਸਤਾ ਹੁੰਦਾ, ਮੈਂ ਵੀ ਕਿਤੇ ਪੜ੍ਹਿਆ ਹੁੰਦਾ, ਪੜ੍ਹ ਕੇ ਕਿਤੇ ਨੌਕਰੀ ਕਰਦਾ ਹੁੰਦਾ। जब एक देहाती को यकीन हो कि ज़रूरत के वक्त एम्बुलेंस उसके दरवाजे तक पहुंच सकती है, उसके बच्चे महफूज रास्ते से स्कूल जा सकते हैं और बारिश के बाद उसका गांव पानी से नहीं डूबेगा। हम उम्मीद करते हैं कि इस वीडियो को तनकीद नहीं बल्कि अवाम की आवाज़ समझी जाएगी। अगर अवाम ने अपने नुमाइंदों पर इत्मीनान किया तो यकीनन अवाम की ये आवाज़ भी सुनी जानी चाहिए। मैं हूँ अजीम बाजवा और आप देख रहे हैं अवाम के मसाइल अवाम की ज़बान से।